अमेरिका के अंदर उनका वफ्द गया और अमेरिका के अंदर उसके वफ्द के साथ जो कुछ हुआ है वो हमारे साथ प्रोग्राम के स्टार्ट में खालिस्तान तहरीक के रहनुमा पुन्नू साहब हैं, उन्हीं से पूछा वहाँ क्या है, क्योंकि वहाँ बड़ा एहतजाज हुआ है और वफ्द को अपनी जान बचानी पड़ी, छुपना पड़ा वहाँ पे। बहुत शुक्रिया, तुसी साडे नाल शामिल हो रहे हो। अज तो बड़ा जबरदस्त एहतजाज किया है तुसी। जी मलिक साहब, सब तो पहला पाकिस्तान दे अवाम, सरकार ते फौज नूं वाहिगुरू जी का खालसा वाहिगुरू जी की फतेह जी। जी बिल्कुल। क्योंकि ਜਦੋਂ ਤੋਂ ਹਿੰਦੁਸਤਾਨ ਨੇ ਇਹ ਗੱਲ ਕਹੀ ਸੀ ਕਿ ਅਸੀਂ ਪਾਕਿਸਤਾਨ ਦੇ ਉੱਤੇ ਹਮਲਾ ਕਰਾਂਗੇ, ਝੂਠਾ ਇਲਜ਼ਾਮ ਲਗਾ ਕੇ ਪਹਿਲਗਾਮ ਦਾ, ਉਸ ਦਿਨ ਤੋਂ ਅਸੀਂ ਅਰਦਾਸ ਵੀ ਕੀਤੀ ਹੈ ਤੇ ਜ਼ੁਬਾਨ ਵੀ ਦਿੱਤੀ ਹੈ ਕਿ ਇਹ 1965 ਨਹੀਂਗਾ, 1971 ਨਹੀਂਗਾ, ਇਹ 2025 ਹੈ। ਤੇ ਜਿਹੜਾ ਪੰਜਾਬ ਹੈ ਤੇ ਸਿੱਖ ਹੈ ਉਹ ਆਪਣੇ ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਪਾਕਿਸਤਾਨ ਦੇ ਉੱਤੇ ਜੇ ਹਿੰਦੁਸਤਾਨ ਦੀਆਂ ਫੌਜਾਂ ਹਮਲਾ ਕਰਨਗੀਆਂ ਤੇ ਉਹ ਪਾਕਿਸਤਾਨ ਦੇ ਨਾਲ ਖੜੇਗਾ। ਔਰ ਜਿਸ ਨੇ ਨਤੀਜੇ ਵਜੋਂ ਤੁਸੀਂ ਦੇਖਿਆ ਪਾਕਿਸਤਾਨ ਦੀ ਫਤਿਹ ਹੋਈ ਹੈ। ਸਿੱਖ ਜਿਹੜਾ ਹੈ ਫੌਜੀ ਹਿੰਦੁਸਤਾਨ ਦੀ ਫੌਜ 'ਚ ਉਹਨੇ ਲੜਨ ਤੋਂ ਨਾ ਕੀਤੀ ਹੈ। ਉਹਨਾਂ ਦੇ ਉੱਤੇ ਇਸ ਵਕਤ 30 ਤੋਂ 40 ਦੇ ਉੱਤੇ ਕੋਰਟ ਮਾਰਸ਼ਲ ਚੱਲ ਰਿਹਾ ਹੈ। ਔਰ ਨਾਲ ਅਸੀਂ ਇਹ ਵੀ ਕਿਹਾ ਸੀ ਕਿ ਬਾਹਰਲੇ ਮੁਲਕਾਂ ਦੇ ਵਿੱਚ ਜਿੱਥੇ ਅਸੀਂ ਵੀ ਆਰ ਗੋਇੰਗ ਟੂ ਸਪੋਰਟ ਪਾਕਿਸਤਾਨ ਇਨ ਦੀ ਵਾਰ, ਇਨ ਦਾ ਫੀਲਡ ਆਫ ਵਾਰ, ਵੀ ਆਰ ਗੋਇੰਗ ਟੂ ਸਪੋਰਟ ਪਾਕਿਸਤਾਨ ਡਿਪਲੋਮੈਟਿਕਲੀ। ਔਰ ਇਹ ਭਾਰਤੀ ਅੱਤਵਾਦੀਆਂ ਦਾ ਵਫਦ ਨਰਿੰਦਰ ਮੋਦੀ ਵਜੋਂ ਭੇਜਿਆ ਸ਼ਸ਼ੀ ਥਰੂਰ ਜਦੋਂ ਪਹੁੰਚਦਾ ਕੱਲ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ, ਤੇ ਉੱਥੇ ਖਾਲਿਸਤਾਨ ਰੈਫਰੈਂਡਮ ਪੱਖੀ ਸਿੱਖਾਂ ਨੇ ਖਾਲਿਸਤਾਨ ਦੇ ਝੰਡੇ, ਪਾਕਿਸਤਾਨ ਦੇ ਝੰਡੇ ਲੈ ਕੇ ਉਸ ਵਫਦ ਦਾ ਵਿਰੋਧ ਕੀਤਾ। ਬਾਕੀ ਤੁਸੀਂ ਵੀਡੀਓਜ਼ ਤੇ ਤਸਵੀਰਾਂ ਆਪ ਵੇਖ ਸਕਦੇ ਹੋ ਜਿਹੜੀਆਂ ਮੂੰਹੋਂ ਬੋਲਦੀਆਂ ਪਈਆਂ ਕਿ ਉਹਨਾਂ ਦਾ ਵਫਦ ਜਿਹੜਾ ਕਾਨਵਾਈ ਸੀਗਾ ਉਸ ਨੂੰ ਨੈਸ਼ਨਲ ਪ੍ਰੈਸ ਕਲੱਬ ਚੋਂ ਭੱਜਣਾ ਪਿਆ। ਜਿਹੜਾ ਉਹਨਾਂ ਦਾ ਪਾਰਕਿੰਗ ਗਰਾਜ ਹੈ ਉਹਦੇ ਵਿੱਚ ਗਾਰਬੇਜ ਜਿਹੜਾ ਡੰਪ ਹੈ ਉਸ ਦੇ ਪਿੱਛੇ ਲੁਕਣਾ ਪਿਆ ਤੇ ਫਿਰ ਉਹਨਾਂ ਨੇ ਸਿਕਿਉਰਿਟੀ ਬੁਲਾ ਕੇ ਉਸ ਗਰਾਜ ਦੇ ਵਿੱਚੋਂ ਦੀ ਉਹਨਾਂ ਨੂੰ ਕੱਢਿਆ। ਔਰ ਜਦੋਂ ਇਹ ਵਫਦ ਅੰਦਰੋਂ ਨਿਕਲਦਾ ਤਾਂ ਖਾਲਿਸਤਾਨੀ ਪੱਖੀ ਸਿੱਖਾਂ ਨੇ ਫਿਰ ਖਾਲਿਸਤਾਨ ਦੇ ਝੰਡੇ ਤੇ ਪਾਕਿਸਤਾਨ ਦੇ ਝੰਡੇ ਲੈ ਕੇ ਇਸ ਹਿੰਦੁਸਤਾਨ ਦਾ ਜਿਹੜਾ ਕਾਤਲ ਤਿਰੰਗਾ ਉਹ ਉਹਨਾਂ ਦੇ ਕਾਨਵਾਈ ਨੂੰ ਰੋਕ ਕੇ ਸਾਹਮਣੇ ਜਿਹੜਾ ਉਹ ਫਾੜਿਆ, ਸਾਰੀ ਦੁਨੀਆ ਨੇ ਦੇਖਿਆ। ਔਰ ਜਿਹੜੀ ਉਹ ਪਾਕਿਸਤਾਨ ਦੇ ਖਿਲਾਫ ਆਪਰੇਸ਼ਨ ਸੰਦੂਰ ਜਿਸ ਨੂੰ ਜਾਇਜ਼ ਦੱਸਣ ਆ ਰਹੇ ਸੀ, ਇਸ ਵਕਤ ਉਹਨਾਂ ਨੂੰ ਇਹ ਮੁਸ਼ਕਲ ਪਈ ਹੋਈ ਹੈ ਵੀ ਉਹ ਅਮਰੀਕਾ ਦੇ ਵਿੱਚੋਂ ਦੀ ਵਾਪਸ ਹਿੰਦੁਸਤਾਨ ਕਿਵੇਂ ਪਹੁੰਚਣ। अच्छा पुन्नू साहब, एक गल दसो कि ट्रंप दे नाल मोदी ने बड़े अपना दावा किया सी कि मेरे बहुत अच्छे रिलेशंस ने, लेकिन ट्रंप हुण कह रहा है एप्पल वाले और जिहड़े साहब ने उन्होंने कहा उन्हें कि तुसी एप्पल की फैक्ट्री इंडिया च नहीं लानी, एप्पल की फैक्ट्री अमरीका च लानी है। इंडिया अपना आप जाने वो जो मामला है खुद ठीक करे। दूजा उन्होंने कह रहा है कि सब तो ज़्यादा टैरिफ जो इंडिया साढ़े ते लांदा है, वो कोई बड़ा सख्त किस्म की पोजीशन उन्होंने ले ली। ईलॉन मस्क ने कहा असी टेस्ला की फैक्ट्री नहीं लानी इंडिया के विच, सिर्फ उत्थे सेल सेंटर बनावांगे, फैक्ट्री नहीं लानी। तो कुछ दुनिया बदलती लगती पई। तो पाकिस्तान तो इंडिया दोनों कह रहा मैं इन्हों की पीस डील करावांगा, जंगबंदी मैं ऐलान करवाई है, नहीं तो बड़ी लड़ाई होने लानी सी। तो सिचुएशन बदल गई है बिल्कुल, एक ऑल टुगैदर डिफरेंट सिनारियो सानूं नजर आ रहा है। ਬਿਲਕੁਲ ਠੀਕ ਹੈ ਜੀ। ਦੇਖੋ, ਇੱਕ ਹੈਗਾ ਜੀ ਟਰੰਪ ਹੈਗਾ ਬਿਜ਼ਨਸਮੈਨ, ਤੇ ਪੋਲਿਟਿਕਸ ਦੇ ਵਿੱਚ ਜਦੋਂ ਉਹ ਐਂਟਰ ਹੁੰਦਾ ਹੈ ਤੇ ਸਿੱਧਾ ਪ੍ਰੈਜ਼ੀਡੈਂਟ ਦੇ ਲਈ ਲੜਦਾ ਔਰ ਪ੍ਰੈਜ਼ੀਡੈਂਟ ਹੀ ਬਣਦਾ। ਇਸ ਤੋਂ ਪਹਿਲਾਂ ਉਹਦੇ ਕੋਲ ਕੋਈ ਵੀ ਪੋਲੀਟੀਕਲ ਐਕਸਪੀਰੀਅੰਸ ਜਾਂ ਉਸਦੀ ਕੋਈ ਪੋਲੀਟੀਕਲ ਬੈਕਗਰਾਉਂਡ ਨਾ ਸੀਗੀ ਤੇ ਨਾ ਹੈ। ਸੋ ਜਿਹੜਾ ਬੰਦਾ ਪੋਲੀਟੀਕਲ ਬੈਕਗਰਾਉਂਡ ਨਾ ਰੱਖਦਾ ਹੋਵੇ ਔਰ ਹਮੇਸ਼ਾ ਬਿਜ਼ਨਸ ਉਹਨੇ ਕੀਤਾ ਹੋਵੇ ਤੇ ਉਹਦਾ ਫਿਰ ਦੇਸ਼ ਚਲਾਉਣ ਦਾ ਅੰਦਾਜ਼ ਵੀ ਜਿਹੜਾ ਹੈ ਇੱਕ ਬਿਜ਼ਨਸ ਹੁੰਦਾ। ਜਿੱਥੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਗੱਲ ਕਹੀ ਕਿ ਪਾਕਿਸਤਾਨ ਤੇ ਜਿਹੜੀ ਹਿੰਦੁਸਤਾਨ ਦੀ ਜੰਗ ਹੈ ਉਹ ਮੈਂ ਰੁਕਵਾਈ ਹੈ, ਪਰ ਉਸ ਦਾ ਵਿਰੋਧ ਲਗਾਤਾਰ ਨਰਿੰਦਰ ਮੋਦੀ ਤੇ ਹਿੰਦੁਸਤਾਨ ਦੀ ਸਰਕਾਰ ਕਹਿ ਰਹੀ ਹੈ ਕਿ ਜੀ ਇਹ ਜੰਗ ਟਰੰਪ ਨੇ ਨਹੀਂ ਰੁਕਵਾਈ। ਇਹ ਜੰਗ ਜਿਹੜੀ ਮੈਨੂੰ ਉਹ ਆਰਮੀ ਦੇ ਜਿਹੜੇ ਤੁਹਾਡੇ ਆਫੀਸ਼ੀਅਲਸ ਹੈ ਜਾਂ ਉਹਨਾਂ ਦਾ ਡੈਜ਼ਿਗਨੇਸ਼ਨ ਹੈ ਉਹ ਨਹੀਂ ਦੱਸਣਾ ਆ ਰਿਹਾ, ਪਰ ਉਹ ਇਹ ਦੱਸਦਾ ਪਿਆ ਵੀ ਜਿਹੜੇ ਡੈਜ਼ਿਗਨੇਟਿਡ ਆਫੀਸ਼ੀਅਲਸ ਹੁੰਦੇ ਆ ਪਾਕਿਸਤਾਨ ਦੀ ਆਰਮੀ ਦੇ ਤੇ ਇੰਡੀਅਨ ਆਰਮੀ ਦੇ, ਜਿਹੜੇ ਆਪਸ 'ਚ ਗੱਲਬਾਤ ਕਰਦੇ ਆ, ਕਹਿੰਦਾ ਜੀ ਉਹਨਾਂ ਨੇ ਗੱਲਬਾਤ ਕੀਤੀ ਤੇ ਜੰਗ ਰੁਕ ਗਈ। ਹੁਣ ਇਹ ਬੜੀ ਹਾਸੋਹੀਣੀ ਗੱਲਾਂ ਹੈ। ਹਾਂਜੀ ਬਿਲਕੁਲ, ਹੁਣ ਇਹ ਹਾਸੋਹੀਣੀ ਗੱਲਾਂ ਹੈ ਵੀ ਜੰਗ ਲਗਾਉਣ ਵਾਲਾ ਹੋਵੇ ਨਰਿੰਦਰ ਮੋਦੀ, डिफेंस मिनिस्टर राजनाथ के भी असी पाकिस्तान दे जेड़े सारे जे उत्थे जेड़े
ਆਪਣੀ ਮਸਜਿਦਾਂ ਤੇ ਹਮਲਾ ਕੀਤਾ, ਜਿਨ੍ਹਾਂ ਨੂੰ ਅੱਤਵਾਦੀ ਖਾਨੇ ਦੱਸਦੇ ਵੀ ਅਸੀਂ ਸਾਰੇ ਤਬਾਹ ਕਰਾਂਗੇ, ਪਰ ਰੁਕਾਉਣ ਵਾਲੇ ਹੋਣ ਆਰਮੀ ਆਫੀਸ਼ਲਸ ਆਪਸ ਦੇ ਵਿੱਚ। ਸੋ ਕਿਤੇ ਨਾ ਕਿਤੇ ਦੁਨੀਆ ਦੇ ਵਿੱਚ ਜਦੋਂ ਪਾਕਿਸਤਾਨ ਦੀ ਫਤਿਹ ਹੋਈ ਹੈ ਔਰ ਹਿੰਦੁਸਤਾਨ ਦੀ ਹਾਰ ਹੋਈ ਹੈ, ਹੁਣ ਉਹਨਾਂ ਨੂੰ ਐਕਸਕਿਊਜ਼ ਜਾਂ ਬਹਾਨੇ ਨਹੀਂ ਮਿਲਦੇ ਪਏ ਅਸੀਂ ਇਸ ਨੂੰ ਲੁਕੋਈਏ ਕਿੱਦਾਂ ਤੇ ਆਪਣੇ ਆਪ ਨੂੰ ਅੱਜ ਵੀ ਦੁਨੀਆ ਦੀ ਸੁਪਰ ਪਾਵਰ ਕਿਵੇਂ ਦਸੀਏ। ਹੁਣ ਜਿਹੜੀ ਗੱਲ ਪ੍ਰੈਜ਼ੀਡੈਂਟ ਟਰੰਪ ਨੇ ਕਹੀ ਹੈ, ਅੱਛਾ ਉਸ ਦਾ ਇੱਕੋ ਮਕਸਦ ਹੈ ਜੀ, ਮੈਗਾ ਮੇਕ ਸਰ, ਅਮਰੀਕਾ ਗ੍ਰੇਟ। ਅੱਛਾ ਸਰਦਾਰ ਸਾਹਿਬ, ਤੁਸੀਂ ਇੱਕ ਰਾਹੁਲ ਗਾਂਧੀ ਦਾ ਤੁਸੀਂ ਬਿਆਨ ਸੁਣਿਆ ਹੋਣਾ ਜਿਹਦੇ ਚੋਂ ਕਹਿ ਰਿਹਾ ਹੈ ਨਰਿੰਦਰ ਸਰੈਂਡਰ। ਉਹਨਾਂ ਕਹਾ ਟਰੰਪ ਨੇ ਕਿਹਾ ਨਰਿੰਦਰ ਸਰੈਂਡਰ तो ਉਹਨਾਂ ਕਿਹਾ ਜੀ ਹਜ਼ੂਰ। ਤੇ ਮੈਂ ਤੁਹਾਡੀ ਜ਼ਬਾਨ 'ਚ ਵੀ ਸੁਣਨਾ, ਤੁਸੀਂ ਕੀ ਕਹਿੰਦੇ ਹੋ, ਨਰਿੰਦਰ ਸਰੈਂਡਰ ਜਾਂ ਕੋਈ ਹੋਰ ਲਫ਼ਜ਼ ਰੱਖਿਆ ਤੁਸੀਂ? ਦੇਖੋ, ਉਹ ਜਿਹੜਾ ਹਜੇ ਜੰਗ, ਇੱਕ ਵਾਰੀ ਆਪਾਂ ਇਹ ਜ਼ਰੂਰ ਸਮਝੀਏ ਗੱਲ ਮੈਂ ਸਾਹਿਬ, ਕਿ ਜਿਹੜਾ ਇੱਕ ਹਿੱਸਾ ਜੰਗ ਦਾ ਸੀ ਉਸ 'ਚ ਪਾਕਿਸਤਾਨ ਦੀ ਫਤਿਹ ਹੋਈ ਹੈ। ਨਰਿੰਦਰ ਮੋਦੀ ਦੀ ਉਹਦੇ 'ਚ, ਜਿੱਦਾਂ ਅਸੀਂ ਪਹਿਲੇ ਦਿਨ ਤੋਂ ਦੱਸਿਆ ਸੀ, ਰਾਜਨੀਤਿਕ ਮੌਤ ਹੋਈ ਹੈ। ਤੇ ਇਸ ਤੋਂ ਬਾਅਦ ਹਿੰਦੁਸਤਾਨ ਆਪਣੇ ਆਪ ਨੂੰ ਸੁਪਰ ਪਾਵਰ ਜਾਂ ਕਹੇ ਜੀ ਮੈਂ ਪਾਕਿਸਤਾਨ ਨੂੰ ਦੱਬ ਲਾਂਗਾ, ਬਲੋਚਿਸਤਾਨ ਤੋੜ ਦਾਂਗਾ, ਉਹ ਉਹਨਾਂ ਦੇ ਹੱਥੋਂ ਬਾਹਰ ਹੋ ਗਿਆ। ਪਰ ਜਿਹੜਾ ਇਹ ਗਾਂਧੀ ਹੈ, ਇਹ ਗਾਂਧੀ ਉਹੀ ਹਿੰਦੁਸਤਾਨ ਦਾ ਚਿਹਰਾ ਹੈ। ਜੇ ਨਰਿੰਦਰ ਮੋਦੀ ਦੀ ਬਜਾਏ ਗਾਂਧੀ ਵੀ ਹੁੰਦਾ, ਉਹਨੇ ਵੀ ਜੰਗ ਲੜਨੀ ਹੈ, ਉਹਨੇ ਵੀ ਪਾਕਿਸਤਾਨ ਦੇ ਹੋਂਦ ਨੂੰ ਖਤਰਾ ਹੈ, ਉਹਨੇ ਵੀ ਤੁਹਾਡੇ ਤੇ ਹਮਲੇ ਕਰਨੇ ਹੈ। ਸੋ ਆਪਾਂ ਨੂੰ ਹਮੇਸ਼ਾ ਯਾਦ ਰੱਖਣਾ, ਪਾਕਿਸਤਾਨ ਦੇ ਮੀਡੀਆ ਨੂੰ, ਆਵਾਮ ਨੂੰ ਤੇ ਸਰਕਾਰ ਨੂੰ, ਆਪਾਂ ਇੰਡੀਅਨ ਜਿਹੜਾ ਨੈਰੇਟਿਵ ਹੈ ਕਿ ਮੋਦੀ ਜਿਹੜਾ ਹੈ ਉਹ ਪਾਕਿਸਤਾਨ ਦਾ ਦੁਸ਼ਮਣ ਹੈ, ਮੋਦੀ ਹੈ ਉਹ ਮੁਸਲਮਾਨ ਦਾ ਦੁਸ਼ਮਣ ਹੈ, ਇਹ ਨਹੀਂਗਾ। ਇਹ ਹਿੰਦੁਸਤਾਨ ਦਾ ਸਿਸਟਮ, ਹਿੰਦੁਸਤਾਨ ਦਾ ਕਨਸਟੀਟਿਊਸ਼ਨ ਤੇ ਜਿਹੜਾ ਵੀ ਚਿਹਰਾ ਉੱਥੇ ਦਿੱਲੀ ਦੇ ਉੱਤੇ ਰਾਜ ਕਰੇਗਾ, ਉਹ ਹਿੰਦੁਸਤਾਨ ਪਾਕਿਸਤਾਨ ਦਾ ਦੁਸ਼ਮਣ ਹੈ। ਸੋ ਜਿਹੜੀ ਫਤਿਹ ਹੋਈ ਹੈ ਉਹ ਪਾਕਿਸਤਾਨ ਦੀ ਫਤਿਹ ਹੋਈ ਹੈ, ਹਿੰਦੁਸਤਾਨ ਦੀ ਹਾਰ ਹੋਈ ਹੈ। ਔਰ ਉਸ ਹਾਰ ਨੂੰ ਬਚਾਉਣ ਵਾਸਤੇ ਤੁਸੀਂ ਮਲਿਕ ਸਾਹਿਬ ਦੁਨੀਆ 'ਚ ਕਦੀ ਸੁਣਿਆ ਕਿ ਜੇ ਤੁਸੀਂ ਜੰਗ 'ਚ ਜਿੱਤੇ ਹੋਵੋ ਜਾਂ ਤੁਹਾਡਾ ਜੰਗ 'ਚ ਹੱਥ ਉੱਪਰ ਹੋਵੇ ਤੇ ਤੁਸੀਂ 50 ਮੁਲਕਾਂ ਦੇ ਵਿੱਚ ਆਪਣੇ ਵਫਦ ਭੇਜੋ ਦੱਸਣ ਵਾਸਤੇ ਕਿ ਜੀ ਅਸੀਂ ਜੰਗ ਫਤਿਹ ਕੀਤੀ ਹੈ ਜਾਂ ਜੰਗ ਦੇ ਪਿੱਛੇ ਸਾਡਾ ਕੀ ਮਕਸਦ ਸੀ। 50 ਮੁਲਕਾਂ 'ਚ ਇਹਨਾਂ ਦੇ ਜਿਹੜੇ ਨੁਮਾਇੰਦੇ ਉਹ ਤੁਰੇ ਫਿਰਦੇ ਆ ਔਰ ਕੋਈ ਵੀ ਉਹਨਾਂ ਦੀ ਸਪੋਰਟ ਨਹੀਂ ਕਰ ਰਿਹਾ। ਹਰ ਮੁਲਕ ਜਿਹੜਾ ਉਹ ਪਾਕਿਸਤਾਨ ਦੀ ਉਹਨੇ ਸਪੋਰਟ